मैं उन्हें उठा के लियाई इत्थे गली ते बिठाया कल्ला, किसी ने मेरे वाल नहीं तक्या, सगों लाश नूं वट्टे मारदे ते कुछ खा ले किसी ले नहीं इदा। चलो हिसाब बनिया कोई ऐसा जिंदगी बतीत करदी, नरक जिंदगी। आंढ गुआंढ ਜਿਹੜੇ ਸੀ ਤੁਹਾਡੇ ਕਿੰਨੀ ਕੁ ਮਦਦ ਕਰਦੇ ਸੀ ਤੁਹਾਡੀ? ਉਹ ਸਾਡੇ ਸਵੇਰੇ ਉੱਠ ਕੇ ਸ਼ਕਲ ਨਹੀਂ ਦੇਖ ਕੇ ਰਾਜੀ ਸੀ, ਮਦਦ ਕੀ ਕਰਨੀ। ਤੇ ਜਿਹੜੇ ਆਂਢ ਗੁਆਂਢ ਸੀ ਪਤਾ ਲੱਗਾ ਜੀ ਵੱਟੇ ਵੀ ਮਾਰਦੇ ਸੀ ਤੁਹਾਨੂੰ, ਕੀ ਵਜ੍ਹਾ ਸੀ ਉਹਦੀ? ਉਹ ਸ਼ਦੈਨ ਸਮਝਦੇ ਹੀ ਸਾਨੂੰ, ਇਹਨਾਂ ਦੇ ਚਲ ਗਏ ਕਲਿਆਣੀ, ਇਹ ਚਲੇ ਜਾਣੇ। ਪੁਲਿਸ ਵਾਲੇ ਆਏ ਨਹੀਂ? ਨਾ ਆਏ ਨਹੀਂ। ਤਾਂ ਜਦੋਂ ਹੁਣ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਅੱਗੇ ਆਈਆਂ ਨੇ ਤਾਂ ਤੁਹਾਡਾ ਮਕਾਨ ਜਿਹੜਾ ਬਣਾ ਕੇ ਦਿੱਤਾ, ਹੁਣ ਕਿਸ ਤਰ੍ਹਾਂ ਦੇਖਦੇ ਨੇ ਤੁਹਾਡੇ ਆਂਢ ਗੁਆਂਢ, ਕਿਸ ਤਰ੍ਹਾਂ ਦੇਖਦੇ? ਹੁਣ ਤੇ ਕਹਿੰਦੇ ਹੁਣ ਚੰਗਾ ਦੇਖਦੇ ਆ ਕਿ ਹੁਣ ਤੁਹਾਡਾ ਖੁੱਲਾ ਬਣ ਗਿਆ ਵਾ, ਹੁਣ ਬੁਲਾਉਂਦੇ ਵੀ ਇਹ ਚੰਗਾ। ਪਹਿਲਾਂ ਕੀ ਕਹਿੰਦੇ ਹੁੰਦੇ ਸੀ? ਪਹਿਲਾਂ ਕਹਿੰਦੇ ਕਲੈਨ ਹੈਗੇ ਚੰਗਾ ਨਹੀਂ ਗਿਆ ਵਾ। ਕਹਿੰਦੇ ਨੇ ਜਦੋਂ ਘਰ ਦੇ ਵਿੱਚ ਕਮਾਉਣ ਵਾਲੇ ਜੀ ਚਲੇ ਜਾਣ ਤਾਂ ਜ਼ਿੰਦਗੀ ਨਰਕ ਹੋ ਜਾਂਦੀ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲਿਆ। ਅੰਮ੍ਰਿਤਸਰ ਦੇ ਗੁਰੂ ਰਾਮਦਾਸ ਨਗਰ ਦੇ ਵਿੱਚ ਇੱਕ 6 ਗੱਜ ਦੇ ਮਕਾਨ ਦੇ ਵਿੱਚ ਰਹਿ ਰਹੀਆਂ ਮਾਵਾਂ ਧੀਆਂ, ਜਿਨ੍ਹਾਂ ਦੇ ਹਾਲਾਤ ਬਦ ਤੋਂ ਬੱਤਰ ਸੀ। ਤਾਂ ਘਰ ਦੇ ਹਾਲਾਤ ਜਿਹੜੇ ਸੀ ਉਹ ਇੰਨੇ ਬਦ ਤੋਂ ਬੱਤਰ ਸੀ ਕਿ ਜ਼ਿੰਦਗੀ ਜਿਹੜੀ ਨਰਕ ਭਰੀ ਬਤੀਤ ਹੋ ਰਹੀ ਸੀ। ਤਾਂ ਜਿਸ ਤੋਂ ਬਾਅਦ NGOs ਅੱਗੇ ਆਈਆਂ, ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ, ਤਾਂ ਉਹਨਾਂ ਦੇ ਕੁਝ ਘਰ ਦੇ ਹਾਲਾਤ ਜਿਹੜੇ ਉਹ ਠੀਕ ਕੀਤੇ ਗਏ। ਤਾਂ ਕੁਝ ਘਰ ਦੇ ਹਾਲਾਤ ਅਸੀਂ ਤੁਹਾਨੂੰ ਦਿਖਾਉਣਾ ਚਾਹਾਂਗੇ। ਇਹ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਇਸ ਘਰ ਦੇ ਵਿੱਚ ਲੈਂਟਰ ਤੱਕ ਨਹੀਂ ਸੀ ਪਿਆ ਹੋਇਆ, ਘਰਾਂ ਦੀਆਂ ਛੱਤਾਂ ਦੇ ਉੱਤੇ ਘਾਹ ਕਾਫੀ ਉੱਗਿਆ ਹੋਇਆ ਸੀ। ਤਾਂ ਜ਼ਿੰਦਗੀ ਜਿਹੜੀ ਬਦ ਤੋਂ ਬੱਤਰ ਬਤੀਤ ਕਰ ਰਹੇ ਸੀ ਮਾਵਾਂ ਧੀਆਂ। ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਹਸਬੈਂਡ ਦੀ ਡੈਥ ਤੋਂ ਬਾਅਦ 2 ਪੁੱਤਰਾਂ ਦੀ ਵੀ ਡੈਥ ਹੋਈ। ਤਾਂ ਜਿਸ ਤੋਂ ਬਾਅਦ ਆਂਢ ਗੁਆਂਢ ਜਿਹੜੇ ਇਹਨਾਂ ਨੂੰ ਹੋਰ ਤਰੀਕੇ ਨਾਲ ਦੇਖਣ ਲੱਗ ਪਏ, ਇਹਨਾਂ ਨੂੰ ਪਾਗਲ ਕਹਿਣ ਲੱਗ ਪਏ, ਇਹਨਾਂ ਦੇ ਉੱਤੇ ਵੱਟੇ ਮਾਰਨ ਲੱਗ ਪਏ। ਤਾਂ ਦੁੱਖ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ। ਅਸੀਂ ਗੱਲਬਾਤ ਕਰ ਲੈਂਦੇ ਇਹਨਾਂ ਨਾਲ। ਮਾਤਾ ਜੀ, ਕੀ ਹੋਇਆ ਕੀ ਸੀ? ਡੈਥ ਕਦੋਂ ਹੋਈਆਂ ਤੁਹਾਡੇ ਹਸਬੈਂਡ ਦੀ, ਤੁਹਾਡੇ ਬੱਚਿਆਂ ਦੀ ਡੈਥ ਕਦੋਂ ਹੋਈ? ਬੱਚਿਆਂ ਦੀ ਪਹਿਲਾਂ ਮੇਰਾ ਮਰ ਗਿਆ 18 ਸਾਲ ਦਾ ਮੁੰਡਾ, ਉਹ ਲੈਟਰਿੰਗ ਆਈ 2-3 ਤੇ ਗੋਲੀ ਲੈ ਕੇ ਦੇਤੀ ਤੇ ਉਹ 1:30 ਵਜੇ ਪੂਰਾ ਹੋ ਗਿਆ ਇੱਥੇ ਪਲਾਟ 'ਚ। ਤੇ ਉਹ ਹੋ ਗਿਆ ਤੇ ਫਿਰ ਉਹਦਾ ਵੀ ਚੰਦਾ ਚੁੰਦਾ ਇਕੱਠਾ ਕਰਕੇ ਕੀਤਾ। ਦੂਸਰੀ ਵਾਰੀ ਫਿਰ ਮੇਰਾ ਮੁੰਡੇ ਨੂੰ ਵਿਆਹ ਕੀਤਾ ਚੁੰਨੀ ਚੰਨੀ ਚੜਾ ਕੇ, ਉਹ ਸਹੁਰੇ ਰਹਿਣ ਲੱਗਾ ਤੇ ਉਹ ਆਪਣੇ ਉਹਦੀ ਨੂੰਹ ਨੂੰ ਦੌਰਾ ਪੈਂਦਾ ਵਹੁਟੀ ਨੂੰ, ਸਾਨੂੰ ਨਹੀਂ ਦੱਸਿਆ। ਉਹਨਾਂ ਨੇ ਮਾਂ ਪਿਓ ਨੂੰ ਉੱਥੇ ਰੱਖ ਲਿਆ ਆਪਣੇ ਸਹੁਰੇ। ਤੇ ਉਹ ਮੁੰਡਾ ਮੇਰਾ ਪਾਗਲ ਹੋਇਆ 6-7 ਸਾਲ। ਫਿਰ ਉਹ ਕਿਤੇ ਡਿੱਗ ਪਿਆ ਸੜਕ ਤੇ ਗੁਜਰਪੁਰ, ਤੇ ਮੈਂ ਉਹਨੂੰ ਉਠਾ ਕੇ ਲਿਆਈ ਇੱਥੇ ਗਲੀ ਤੇ ਬਿਠਾਇਆ ਕੱਲਾ, ਕਿਸੇ ਨੇ ਮੇਰੇ ਵੱਲ ਨਹੀਂ ਤੱਕਿਆ, ਸਗੋਂ ਲਾਸ਼ ਨੂੰ ਵੱਟੇ ਮਾਰਦੇ ਸੀ, ਲਾਸ਼ ਨੂੰ ਵੱਟੇ ਮਾਰਦੇ ਮਾਵਾਂ ਧੀਆਂ ਬੈਠੀਆਂ ਸੀ। ਫਿਰ ਆਪਣੇ ਗੁਰੂਆਂ ਨੂੰ, ਜਿਹੜੇ ਲੋਕਾਂ ਨੂੰ ਆਪਣੇ ਸਵੇਰੇ ਬੁਲਾਇਆ। ਕੌਣ ਵੱਟੇ ਕੌਣ ਮਾਰਦਾ ਸੀ? ਮਾਰਦੇ ਸੀ ਵੱਟੇ, ਉਹਨੂੰ ਕੀ ਗੁਰੂ ਨਾਨਕ ਦੇਵ ਨੂੰ ਪਤਾ ਹੋਣਾ ਕਿ ਕਿਹੜੇ ਫੁੱਲ ਸੁੱਟ ਜਾ ਗੁੱਲ ਮਾਰਦੇ ਸੀ। ਤੇ ਮੈਨੂੰ ਸਵਰਗ ਤੋਂ ਲੈ ਆਏ ਸ਼ਾਇਦ, ਉਹਨੂੰ ਕੀ ਕਰ ਸਕਦੇ, ਠੀਕ ਹੈ ਕਿ ਨਹੀਂ। ਤਾਂ ਜਦੋਂ ਤੁਹਾਡੇ ਹਸਬੈਂਡ ਦੀ ਡੈਥ ਹੋਈ, ਤੁਹਾਡੇ ਬੱਚਿਆਂ ਦੀ ਡੈਥ ਹੋਈ, ਯਾਨੀ ਕਿ ਕਮਾਉਣ ਵਾਲੇ ਜੀਆਂ ਦੀ ਜਦੋਂ ਡੈਥ ਹੋ ਗਈ, ਤਾਂ ਉਸ ਤੋਂ ਬਾਅਦ ਬਤੀਤ ਕਿਸ ਤਰ੍ਹਾਂ ਕਰ ਰਹੇ ਸੀ ਜੀਵਨ, ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਸੀ? ਉਸ ਤੋਂ ਬਤੀਤ ਇਸ ਤਰ੍ਹਾਂ ਹੀ ਕਰ ਰਹੇ ਸੀ ਵੀ ਜਿਸ ਤਰ੍ਹਾਂ ਥੋੜ੍ਹਾ ਬਹੁਤਾ ਕੰਮ ਕਰ ਲਿਆ, ਕਿਸ ਤਰ੍ਹਾਂ ਕਰ ਲਿਆ, ਲੈ ਆਏ ਉਹਨਾਂ ਘਰੋਂ ਖਾਣ ਨੂੰ, ਲੈ ਆਏ, ਜਾਂ ਆਪ ਕਿਸੇ ਦਾ ਹਿਸਾਬ ਗੁਜ਼ਾਰਾ ਮੋੜਾ ਮੋਟਾ ਬਣਾ ਲਈ ਤੇ ਕੁਛ ਖਾ ਲਈ, ਕਿਸੇ ਲਈ ਨਹੀਂ ਇੱਦਾਂ। ਚਲੋ ਹਿਸਾਬ ਬਣਿਆ ਕੋਈ ਐਸਾ ਜ਼ਿੰਦਗੀ ਬਤੀਤ ਕਰਦੀ, ਨਰਕ ਜ਼ਿੰਦਗੀ ਸੀ। ਤਾਂ ਆਂਢ ਗੁਆਂਢ ਜਿਹੜੇ ਸੀ ਤੁਹਾਡੇ ਕਿੰਨੀ ਕੁ ਮਦਦ ਕਰਦੇ ਸੀ ਤੁਹਾਡੀ? ਉਹ ਸਾਡੇ ਸਵੇਰੇ ਉੱਠ ਕੇ ਸ਼ਕਲ ਨਹੀਂ ਦੇਖ ਕੇ ਰਾਜੀ ਸੀ, ਮਦਦ ਕੀ ਕਰਨੀ, ਸ਼ਕਲ ਨਹੀਂ ਰਾਜੀ ਕਰਦੇ ਸੀ। ਕੀ ਆਂਦੇ ਸੀ? ਆਖਣਾ ਕੀ ਐਵੇਂ ਲੈ ਸਵੇਰੇ ਸਵੇਰੇ ਉੱਠ ਗਏ ਰੋਣ ਲੱਗੇ ਸੀ, ਰੋਣ ਹੁੰਦੇ ਵੀ ਸੀ, ਅਜੀ ਜਗ੍ਹਾ ਹੀ ਨਹੀਂ ਹੈਗੀ ਤੇ ਫਿਰ ਬਾਹਰ ਹੀ ਬਹਿਣਾ ਕੁਰਸੀ ਤੇ। ਰੋਣ ਲੱਗੇ ਕਿ ਮੇਰੇ ਰੱਬਾ ਸਾਰੇ ਚੁੱਕ ਲੈਣੇ ਸੀ ਕਮਾਉਣ ਵਾਲੇ ਹੈਂ। ਇਸ ਤਰ੍ਹਾਂ ਕਰਕੇ ਮੈਂ ਰੋਂਦੀ ਸੀ ਕਿ ਮੇਰੇ ਹੀ ਸਾਰੇ ਚੁੱਕ ਲੈ ਗਏ। ਮੁੰਡਾ ਉਹ ਮਰ ਗਿਆ, ਉਹ ਵੀ ਮਰ ਗਿਆ, ਤੇ ਫਿਰ ਸਾਡਾ ਜੀਵਨ ਦਾ ਰੋਟੀ ਦਾ ਸਾਧਨ ਕੋਈ ਨਹੀਂ ਬਣਨ ਡਿਆ ਸੀ। ਇਤਰੇ ਫਿਰ ਆਪਣਾ ਰੋ ਪਿੱਟ ਕੇ ਥੋੜ੍ਹਾ ਬਹੁਤਾ ਕੋਈ ਭਾਂਡੇ ਭੂੰਡੇ ਮਾਂਜ ਲਏ, ਕੋਈ ਕੁਛ ਕਰ ਲਿਆ, ਲਿਆ ਕੇ ਗੁਜ਼ਾਰਾ ਥੋੜ੍ਹਾ ਥੋੜ੍ਹਾ ਕਰਦੇ ਸੀ। ਬਰਤਨ ਮਾਂਜਣ ਦਾ ਕੰਮ ਕਰਦੇ ਸੀ? ਕੋਈ ਕਾਰ ਆਏ, ਕੋਈ ਕਿਸ ਤਰ੍ਹਾਂ, ਇਸ ਤਰ੍ਹਾਂ ਹੀ ਕਰਕੇ। ਹਾਂਜੀ। ਤੇ ਜਿਹੜੇ ਆਂਢ ਗੁਆਂਢ ਸੀ ਪਤਾ ਲੱਗਾ ਜੀ ਵੱਟੇ ਵੀ ਮਾਰਦੇ ਸੀ ਤੁਹਾਨੂੰ, ਕੀ ਵਜ੍ਹਾ ਸੀ ਉਹਦੀ? ਉਹ ਸ਼ਦੈਨ ਸਮਝਦੇ ਹੀ ਸਾਨੂੰ,
ਇਹਨਾਂ ਦੇ ਚਲ ਗਏ ਕਲਿਆਣੀ, ਇਹ ਚਲੇ ਜਾਣ ਇੱਥੋਂ, ਜਾਣ ਜਿੱਥੇ ਮਰਜੀ। ਇਹ ਗੱਲ ਹੈ। ਉਹ ਹਾਮੀ ਨਹੀਂ ਕੋ ਭਰਦਾ ਸੀ ਕਿਸੇ ਨਾਲ ਗੱਲ ਕਰੀਏ। ਉਹ ਛੱਡੋ ਪਰ ਐਵੇਂ, ਇਹ ਤੇ ਐਵੇਂ ਕਰਦੇ ਨੇ, ਐਵੇਂ ਕਰਦੇ ਨੇ, ਇੰਝ ਗੱਲ ਕਰਦੇ ਸੀ ਸਾਨੂੰ। ਤਾਂ ਸਾਡੇ ਨਾਲ ਉਹਨਾਂ ਦੇ ਬੇਟੀ ਵੀ ਮੌਜੂਦ ਨੇ, ਗੱਲਬਾਤ ਕਰਾਂਗੇ ਉਹਨਾਂ ਨਾਲ। ਮੈਡਮ, ਪੁਲਿਸ ਨੂੰ ਇਤਲਾਹ ਨਹੀਂ ਸੀ ਕੀਤੀ ਗਈ ਜਦੋਂ ਤੰਗ ਪਰੇਸ਼ਾਨ ਕਰਦੇ ਸੀ ਤੁਹਾਡੇ ਆਂਢ ਗੁਆਂਢ? ਤਲਾਸ਼ ਕਿਤੇ ਆਈ ਨਹੀਂ ਸੀ ਪੁਲਿਸ ਵਾਲੇ ਆਏ ਨਹੀਂ? ਨਾ, ਆਏ ਨਹੀਂ। ਉਹ ਪਹਿਲਾਂ ਹੀ ਚਲ ਗਏ ਸੀ ਇੱਥੋਂ। ਕਿਉਂ ਆਏ, ਕਿਉਂ ਨਹੀਂ ਸੀ? ਉਹ ਆਏ ਨਹੀਂ ਸੀ ਤੇ ਅਸੀਂ ਬਾਅਦ ਚ ਆਵਾਂਗੇ, ਸੁਣਿਆ ਨਹੀਂ ਸਾਡੇ ਉਹਨਾਂ ਨੇ ਬੰਦ ਪਾਈਆਂ ਨੇ। ਤਾਂ ਜਦੋਂ ਹੁਣ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਅੱਗੇ ਆਈਆਂ ਨੇ ਤਾਂ ਤੁਹਾਡਾ ਮਕਾਨ ਜਿਹੜਾ ਬਣਾ ਕੇ ਦਿੱਤਾ, ਹੁਣ ਕਿਸ ਤਰ੍ਹਾਂ ਦੇਖਦੇ ਨੇ ਤੁਹਾਡੇ ਆਂਢ ਗੁਆਂਢ, ਕਿਸ ਤਰ੍ਹਾਂ ਦੇਖਦੇ? ਹੁਣ ਤੇ ਕਹਿੰਦੇ ਹੁਣ ਚੰਗਾ ਦੇਖਦੇ ਆ ਕਿ ਹੁਣ ਤੁਹਾਡਾ ਖੁੱਲਾ ਬਣ ਗਿਆ ਵਾ। ਹੁਣ ਬੁਲਾਉਂਦੇ ਵੀ ਇਹ ਚੰਗਾ। ਪਹਿਲਾਂ ਕੀ ਕਹਿੰਦੇ ਹੁੰਦੇ ਸੀ? ਪਹਿਲਾਂ ਕਹਿੰਦੇ ਅਕਲੈਨ ਹੈਗੇ, ਚੰਗਾ ਨਹੀਂ ਗਿਆ ਵਾ। ਤੇ ਪਹਿਲਾਂ ਸਾਡੇ ਨਾਲ ਬੋਲਦੇ ਨਹੀਂ ਸੀ ਚੰਗਾ। ਹੁਣ ਠੀਕ ਹੈ ਜਦੋਂ ਮਕਾਨ ਬਣਾ ਕੇ? ਬਿਲਕੁਲ ਠੀਕ ਹੋ ਗਿਆ, ਬੁਲਾਉਂਦੇ ਵੀ ਗਏ। ਹੁਣ ਪਹਿਲਾਂ ਤਾਂ ਬੁਲਾਉਂਦੇ ਵੀ ਨਹੀਂ ਸੀ, ਹੁਣ ਬੁਲਾਉਂਦੇ ਆ। ਤਾਂ ਬਿਲਕੁਲ ਇਹ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਕਿ ਅੱਗੇ ਆਈਆਂ ਨੇ, ਤਾਂ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਸਰਪ੍ਰਸਤ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਉਹਨਾਂ ਨਾਲ। ਸਰ, ਕਿਸ ਤਰ੍ਹਾਂ ਪਤਾ ਲੱਗਾ ਸੀ ਕਿ 6 ਗਜ਼ ਦੇ ਮਕਾਨ ਦੇ ਵਿੱਚ ਇਹ ਮਾਵਾਂ ਧੀਆਂ ਰਹਿ ਰਹੀਆਂ ਨੇ, ਜ਼ਿੰਦਗੀ ਨਰਕ ਭਰੀ ਬਤੀਤ ਕਰ ਰਹੀਆਂ ਨੇ? ਕਿਸ ਤਰ੍ਹਾਂ ਪਤਾ ਲੱਗਾ ਸੀ? ਮੈਨੂੰ ਕਿਸੇ ਚੈਨਲ ਦੇ ਥਰੂ ਹੀ ਪਤਾ ਲੱਗਾ ਕਿ ਮੈਂ ਮਾਤਾ ਜੀ ਦੇ ਹਾਲਾਤ ਵੇਖੇ ਆ ਕੇ ਇੱਥੇ, ਅਤੇ ਹਾਲਾਤ ਰਹਿਣ ਦੇ ਲਾਇਕ ਨਹੀਂ ਬਿਲਕੁਲ ਵੀ। ਜਿਹੜਾ ਇਹਨਾਂ ਦਾ ਮਕਾਨ ਸੀ ਉਹਦਾ ਲੈਂਟਰ ਗਲਿਆ ਸੀ, ਕਿਸੇ ਵੇਲੇ ਵੀ ਡਿੱਗ ਸਕਦਾ ਸੀ, ਔਰ ਇਹਨਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ। ਅਤੇ ਜਦੋਂ ਅਸੀਂ ਇੱਥੇ ਆ ਕੇ ਹਾਲਾਤ ਦੇਖੇ, ਮੈਂ ਜਿਸ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਧੰਨਵਾਦੀ ਹਾਂ ਤੁਹਾਡੇ ਚੈਨਲ ਦਾ, ਜਿਨ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਚੈਨਲ ਹੈ ਜਿਹੜੇ ਗਰੀਬ ਲੋਕਾਂ ਦੀ ਆਵਾਜ਼ ਚੁੱਕਦੇ ਨੇ ਔਰ NGOs ਤੱਕ ਜਾਂ ਦਾਨੀ ਸੱਜਣਾ ਤੱਕ ਪਹੁੰਚਾਉਂਦੇ ਨੇ, ਅਤੇ ਉਹ ਸਿੱਧੀ ਪਹੁੰਚ ਇਹਨਾਂ ਤੱਕ ਕਰਦੇ ਨੇ। ਔਰ ਇਹਨਾਂ ਦੇ ਜਿਹੜੇ ਹਾਲਾਤ ਦੇਖ ਕੇ ਜਿਸ ਤਰ੍ਹਾਂ ਦੀ ਵੀ ਇਹਨਾਂ ਦੀ ਮਦਦ ਹੋਣ ਵਾਲੀ ਹੁੰਦੀ ਹੈ, ਲੋੜਵੰਦ ਪਰਿਵਾਰਾਂ ਦੀ, ਉਹ ਮਦਦ ਕਰਦੇ ਨੇ। ਇਹ ਸਾਰਾ ਜਿਹੜਾ ਚੈਨਲਾਂ ਦਾ ਜਿੰਨੇ ਵੀ ਇਸ ਟਾਈਮ 'ਤੇ ਚੈਨਲ ਚੱਲ ਰਹੇ, ਇਹਨਾਂ ਦਾ ਬੜਾ ਵਧੀਆ ਉਪਰਾਲਾ ਹੈ। ਇਹ ਸਾਰੀਆਂ ਜਿੰਨੇ ਵੀ ਚੈਨਲ ਕੰਮ ਕਰਦੇ ਆ, ਸਾਰੇ ਵਧਾਈ ਦੇ ਪਾਤਰ ਹੈ। ਮੈਂ ਖੁਦ ਕਹਿੰਦਾ ਵਾਂ ਕਿ ਇਹਨਾਂ ਨੂੰ ਬੜੀ ਇਸ ਚੀਜ਼ ਦੀ ਵਧਾਈ ਹੈ ਕਿ ਇਹ ਗਰੀਬ ਲੋਕਾਂ ਦੀ ਆਵਾਜ਼ ਨੂੰ ਚੁੱਕਦੇ ਨੇ ਅਤੇ ਦਾਨੀ ਸੱਜਣਾ ਤੱਕ ਪਹੁੰਚਾਉਂਦੇ ਨੇ, ਅਤੇ ਜੋ ਕਿ ਇਹਨਾਂ ਦੀ ਮਦਦ ਹੋ ਸਕਦੀ ਹੈ। ਮਾਤਾ ਜੀ ਦੇ ਹਾਲਾਤ, ਮਕਾਨ ਦੇ ਹਾਲਾਤ ਬਿਲਕੁਲ ਰਹਿਣ ਦੇ ਲਾਇਕ ਨਹੀਂ ਸੀਗੇ। ਕੋਈ ਪੌੜੀ ਨਹੀਂ ਸੀ, ਕੋਈ ਬਾਥਰੂਮ ਨਹੀਂ ਸੀ ਇੱਥੇ ਬਣਿਆ। ਮਾਤਾ ਜੀ ਦੇ ਮੈਨੂੰ ਦੱਸਿਆ ਕਿ ਮੇਰੇ ਬੇਟਿਆਂ ਦੀ ਇਸ ਤਰ੍ਹਾਂ ਡੈਥ ਹੋ ਗਈ, 2 ਦੀ, ਜਵਾਨ ਦੀ। ਮੇਰੇ ਹਸਬੈਂਡ ਵੀ ਨਹੀਂ ਗਏ ਅਤੇ ਕਮਾਈ ਦਾ ਕੋਈ ਸਾਧਨ ਨਹੀਂ ਘਰ ਦੇ ਵਿੱਚ ਹੈਗਾ। ਮਾਤਾ ਜੀ ਖੁਦ ਥੋੜ੍ਹਾ ਬਹੁਤਾ ਕੰਮ ਕਰਕੇ ਜਿਹੜਾ ਕਿ ਘਰ ਦਾ ਗੁਜ਼ਾਰਾ ਆਪਣਾ ਚਲਾਉਂਦੇ ਸੀ, ਅਤੇ ਕਹਿੰਦੇ ਸਾਡੇ ਕੋਲ ਤਾਂ ਸੀਮੈਂਟ ਲਿਆਉਣ ਦੇ ਵੀ ਕੋਈ 2 ਰੁਪਏ ਦਾ ਸੀਮੈਂਟ ਲਿਆਉਣ ਦੇ ਪੈਸੇ ਨਹੀਂ, ਅਤੇ ਮਕਾਨ ਕਿੱਥੋਂ ਬਣਾਵਾਂਗੇ। ਫਿਰ ਬਾਬਾ ਦੀਪ ਸਿੰਘ ਜੀ ਲੋਕ ਸੇਵਾ ਸੁਸਾਇਟੀ ਵੱਲੋਂ ਇਹਨਾਂ ਦੀ ਬਾਂਹ ਫੜੀ ਗਈ ਹੈ। ਇਹਨਾਂ ਨੂੰ ਰਹਿਣ ਦੇ ਵਾਸਤੇ ਮਕਾਨ ਬਣਾ ਕੇ ਦਿੱਤਾ, ਇਹਨਾਂ ਦਾ ਪੌੜੀ ਦਾ ਇੰਤਜ਼ਾਮ ਕੀਤਾ, ਬਾਥਰੂਮ ਫਲੈਸ਼ ਬਣਾ ਕੇ ਦਿੱਤਾ ਵਾ। ਹੁਣ ਇਹਨਾਂ ਦੀ ਜਿਹੜੀ ਜ਼ਿੰਦਗੀ ਰਹਿਣ ਦੇ ਲਾਇਕ ਬਣ ਗਈ। ਖੁਦ ਮਾਤਾ ਜੀ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਸ ਕੰਮ ਤੋਂ ਬਹੁਤ ਖੁਸ਼ ਹੋਏ ਨੇ। ਔਰ ਇਹਨਾਂ ਨੂੰ ਇਹੀ ਇੱਕ ਸੇਵਾ ਸੁਸਾਇਟੀ ਦਾ ਕੰਮ ਹੁੰਦਾ ਕਿ ਕਿਸੇ ਦੇ ਚਿਹਰੇ 'ਤੇ ਖੁਸ਼ੀ ਲਿਆਉਣਾ। ਕਿਸੇ ਦੇ ਚਿਹਰੇ 'ਤੇ ਤੁਹਾਡੇ ਕਰਕੇ ਅਗਰ ਖੁਸ਼ੀ ਆਉਂਦੀ ਹੈ, ਅਸਲੀ ਖੁਸ਼ੀ ਪਹੁੰਚਦੀ ਹੈ, ਅਤੇ ਇਹ ਬੜੀ ਵੱਡੀ ਸੇਵਾ, ਕਿਉਂਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ, ਜੋ ਮਹਾਰਾਜ ਦੇ ਦਰਗਾਹ ਦੇ ਵਿੱਚ ਵੀ ਪ੍ਰਵਾਨ ਨੇ। ਬੰਦੇ ਵਾਸਤੇ ਇੱਥੇ ਵੀ ਸੁੱਖ ਹੈ ਅਤੇ ਅੱਗੇ ਵੀ ਸੁੱਖ ਉਹਦੇ ਕਰ। ਅਤੇ ਮਾਤਾ ਜੀ ਦੇ ਦਿਲ ਖੁਸ਼ ਹੋਏ ਮਾਤਾ ਜੀ ਕਿ ਚਲੋ ਮੇਰੇ ਮਕਾਨ ਵਧੀਆ ਬਣ ਗਿਆ। ਫਿਰ ਇਹਨਾਂ ਨੂੰ ਬਿਸਤਰਿਆਂ ਦੀ ਕੋਈ ਲੋੜ ਸੀ, ਉਹ ਵੀ ਸੁਸਾਇਟੀ ਵੱਲੋਂ ਪੂਰੀ ਕੀਤੀ ਗਈ। ਰਾਸ਼ਨ ਦਾ ਪ੍ਰਬੰਧ ਕੀਤਾ ਗਿਆ। ਅੱਗੇ ਲਈ ਵੀ ਅਸੀਂ ਇੰਨਾ ਕੰਮ ਕਰਕੇ ਨਹੀਂ ਛੱਡਾਂਗੇ, ਅੱਗੇ ਵੀ ਅਸੀਂ ਮਾਤਾ ਜੀ ਦੇ ਟੱਚ 'ਚ ਹਾਂ। ਕੋਈ ਇਹਨਾਂ ਨੂੰ ਅਗਰ ਆਂਢੀ ਗੁਆਂਢੀ ਤੰਗ ਪਰੇਸ਼ਾਨ ਕਰਦਾ ਜਾਂ ਕੋਈ ਇਹਨਾਂ ਨੂੰ ਰਾਸ਼ਨ ਦੀ ਜਾਂ ਕਿਸੇ ਚੀਜ਼ ਦੀ ਲੋੜ ਆਏਗੀ, NGO ਅੱਗੇ ਵੱਧ ਕੇ ਹਮੇਸ਼ਾ ਇਹਨਾਂ ਦਾ ਸਾਥ ਦੇਗੀ। ਸਰ, ਤੁਹਾਡੇ ਵੱਲੋਂ ਬੜਾ ਅੱਛਾ ਉਪਰਾਲਾ ਕੀਤਾ ਗਿਆ, ਮਕਾਨ ਬਣਾ ਕੇ ਦਿੱਤਾ ਗਿਆ। ਤਾਂ ਹਾਲ ਹੀ ਦੇ ਵਿੱਚ ਪਿੱਛੇ ਕਾਫੀ NGOs 'ਤੇ ਸਵਾਲ ਉੱਠੇ ਸੀ, ਅਸੀਂ ਇੱਕ ਦੀ ਨਹੀਂ ਗੱਲ ਕਰਦੇ, ਕਾਫੀ NGOs 'ਤੇ ਸਵਾਲ ਉੱਠੇ ਸੀ ਕਿ NGOs ਜਿਹੜੀਆਂ ਨੇ ਪੈਸਾ ਸਹੀ ਤਰੀਕੇ ਦੇ ਨਾਲ ਨਹੀਂ ਲਗਾ ਰਹੀਆਂ, ਤਾਂ ਘਪਲੇ ਵੀ ਕਾਫੀ ਵਿੱਚ ਨਜ਼ਰ ਆਏ ਸੀ। ਤਾਂ ਕੀ ਕਹਿਣਾ ਚਾਹੋਗੇ, ਕਿਉਂਕਿ ਲਗਾਤਾਰ ਇਲਜ਼ਾਮ ਵੀ ਲੱਗਦੇ ਰਹੇ ਨੇ? ਦੇਖੋ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪਿੱਛੇ ਟਾਈਮ 'ਤੇ NGOs 'ਤੇ, ਸਰ NGOs ਦੇ ਉੱਤੇ ਕੋਈ ਗੱਲ ਨਹੀਂ ਹੋਈ। ਕੁਛ ਬੰਦੇ ਸੀ, 2-3 ਤਰ੍ਹਾਂ ਦੇ ਬੰਦੇ ਜਿਹੜੇ NGOs ਦੇ ਨਾਮ ਦੇ ਉੱਤੇ ਲੋਕਾਂ ਕੋਲ ਸੇਵਾ ਇਕੱਠੀ ਕਰਦੇ ਰਹੇ ਨੇ। ਬਾਅਦ 'ਚ ਜਦੋਂ ਲੋਕਾਂ ਨੇ, ਉਹਨਾਂ ਦੀ ਕੋਈ NGO ਨਹੀਂ ਸੀ। ਪਰ ਨਾਮ ਤਾਂ NGOs ਦਾ ਖਰਾਬ ਹੋਇਆ ਸੀ ਨਾ। ਐਕਚੁਅਲੀ ਸਰ, ਕਹਿੰਦੇ ਆ ਨਾ ਕਿ ਜਦੋਂ ਇੱਕ ਬੰਦਾ ਕੰਮ ਕਰਦਾ ਤਾਂ ਬਦਨਾਮੀ ਸਾਰਿਆਂ ਦੀ ਵਿੱਚ ਨਾਲ ਹੀ ਹੁੰਦੀ ਹੈ। ਕਿ ਕੋਈ ਬੰਦਾ ਚੰਗਾ ਕੰਮ ਕਰਦਾ ਸੀ ਅਤੇ ਇੱਜ਼ਤ ਉਹਦੀ ਇਕੱਲੇ ਦੀ ਹੋਈ। ਉਸ ਟਾਈਮ 'ਤੇ ਉਹਦਾ ਇਕੱਲੇ ਦਾ ਨਾਮ ਹੋਇਆ ਜੀ ਫਲਾਣਾ ਬੰਦਾ ਬਹੁਤ ਸੇਵਾ ਕਰਦਾ, ਅਤੇ ਜਦੋਂ ਉਹਨਾਂ ਕੋਈ ਗਲਤ ਕੰਮ ਕੀਤਾ ਅਤੇ NGO ਸਾਰੀਆਂ ਨਾਲ ਬਦਨਾਮ ਹੋ ਗਈਆਂ। ਸਾਰੀਆਂ NGOs ਬਦਨਾਮ। ਜਿਹੜੀ ਰਜਿਸਟਰਡ NGOs ਹੁੰਦੀ ਹੈ, ਉਹਨਾਂ ਦਾ ਪ੍ਰੋਪਰ ਅਕਾਊਂਟ ਹੁੰਦਾ, ਕੈਸ਼ੀਅਰ ਹੁੰਦਾ। ਉਹ ਜਿਹੜਾ ਵੀ ਕੰਮ ਕਰਦੇ ਬਿਲਿੰਗ ਦੇ ਥਰੂ ਕਰਦੇ ਆ, ਕਿਸੇ ਕੋਲ ਸੇਵਾ ਲੈਂਦੇ ਆ, ਅਤੇ ਉਹਨਾਂ ਨੂੰ ਪੱਕੀ ਰਸੀਦ ਦਿੰਦੇ ਨੇ ਕਿ ਅਸੀਂ ਤੁਹਾਡੇ ਕੋਲ ਇੰਨੀ ਸੇਵਾ ਲਿੱਤੀ ਹੈ, ਸਾਡੀ ਪੱਕੀ ਰਸੀਦ ਹੈ। ਉਹ ਪੱਕੀ ਰਸੀਦ ਜਿਹੜੀ ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਥਰੂ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਰਜਿਸਟਰਡ NGO ਹੁੰਦੀ ਹੈ, ਉਹਨਾਂ ਦੀ ਕਾਰਗੁਜ਼ਾਰੀ ਬੜੀ ਪਾਰਦਰਸ਼ੀ ਹੁੰਦੀ ਹੈ।
ਜਿਹਦੇ ਕੋਲ ਵੀ ਸੇਵਾ ਲੈਂਦੇ ਆ ਉਹਨੂੰ ਵੀ ਪੱਕੀਆਂ ਰਸੀਦਾਂ ਦਿੰਦੇ ਆ, ਪੱਕੇ ਅਕਾਊਂਟ ਹੁੰਦੇ ਆ, ਅੱਗੇ ਜਿਹੜੇ ਪੈਸੇ ਖਰਚਦੇ ਉਹ ਵੀ ਉਹ ਪੱਕੇ ਤੌਰ ਤੇ ਚੈੱਕ ਦੇ ਥਰੂ ਹੀ ਪੇਮੈਂਟ ਕਰਦੇ ਆ। ਇਸ ਕਰਕੇ ਉਹਨਾਂ ਨਾਲ ਜੁੜਨ ਦੇ ਵਿੱਚ, ਉਹਨਾਂ ਨੂੰ ਸੇਵਾ ਦੇਣ 'ਚ ਜਾਂ ਉਹਨਾਂ ਨਾਲ ਮਿਲ ਕੇ ਕੰਮ ਕਰਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਹਾਂ, ਜਿਹੜੇ ਕੁਛ ਬੰਦੇ NGOs ਦੇ ਨਾਮ ਦੇ ਉੱਤੇ, ਫੇਕ NGOs ਦੇ ਨਾਮ ਦੇ ਉੱਤੇ ਸੇਵਾ ਇਕੱਠੀ ਕਰ ਲੈਂਦੇ ਜਾਂ ਸਾਡੇ NRI ਵੀਰਾਂ ਕੋਲੋਂ ਸੇਵਾ ਲੈ ਲੈਂਦੇ ਆ, ਅੱਗੇ ਉਹਨਾਂ ਦਾ ਕੋਈ ਹਿਸਾਬ ਨਹੀਂ ਰੱਖਦੇ, ਤੇ ਜੇ ਕੋਈ ਬੰਦਾ ਉੱਠ ਕੇ ਉਹਨਾਂ ਕੋਲ ਸੇਵਾ ਮੰਗਦਾ ਤੇ ਉਹਨਾਂ ਨੂੰ ਗੱਲ ਨਹੀਂ ਅੱਗੇ ਆਉਂਦੀ, ਇਹ ਗੱਲ ਮਾੜੀ ਹੈ। ਤਾਂ ਤੁਸੀਂ ਸਮਝਦੇ ਹੋ ਕਿ ਜਿਹੜੀਆਂ NGOs ਕੰਮ ਕਰਦੀਆਂ ਉਹਨਾਂ ਨੂੰ ਪਾਰਦਰਸ਼ਤਾ ਦੇ ਨਾਲ ਕੰਮ ਕਰਨਾ ਚਾਹੀਦਾ? ਸਰ, ਕਿਉਂ ਨਹੀਂ ਕਰਨਾ ਚਾਹੀਦਾ? ਇਹਦੇ 'ਚ ਵਜ੍ਹਾ ਕੀ ਹੈ? ਜੇ ਮੈਨੂੰ ਕਿਸੇ ਨੇ 10,000 ਰੁਪਇਆ ਸੇਵਾ ਦਿੱਤੀ ਹੈ ਤੇ ਜੇ ਕੋਈ ਮੈਨੂੰ ਪੁੱਛ ਲੈਂਦਾ ਕਿ ਭਾਜੀ ਤੁਸੀਂ 10,000 ਕਿੱਥੇ ਲਾਇਆ, ਤੇ ਮੈਨੂੰ ਉਹਦੇ 'ਚ ਦੱਸਣ ਦੀ ਕੀ ਪ੍ਰੋਬਲਮ ਹੈ? ਕਿਉਂ ਨਾ ਮੈਂ ਦੱਸਾਂ ਉਹਨਾਂ ਨੂੰ ਕਿ ਮੈਂ 10,000 ਰੁਪਏ ਵੀਰ ਜੀ ਤੁਹਾਡਾ ਇੱਥੇ ਲਾਇਆ ਵਾ, ਮੇਰੇ ਕੋਲ ਸਬੂਤ ਹੋਣੇ ਚਾਹੀਦੇ, ਮੂੰਹ ਜਵਾਨੀ ਕਿਉਂ? ਮੇਰੇ ਕੋਲ ਬਿੱਲ ਹੋਣੇ ਚਾਹੀਦੇ ਆ, ਦੇਖੋ ਤੁਹਾਡੀ ਸੇਵਾ ਇੱਥੇ ਲੱਗੀ ਹੈ। ਅਗਲੇ ਬੰਦੇ ਨੂੰ ਵੀ ਤਸੱਲੀ ਹੋਣੀ ਚਾਹੀਦੀ ਹੈ ਕਿ ਮੈਂ ਸੇਵਾ ਦਿੱਤੀ ਹੈ ਤੇ ਕਿਸੇ ਲੋੜਵੰਦ ਦੇ ਗਰੀਬ ਦੇ ਕੰਮ ਆਈ ਹੈ। ਤੇ ਜੇ ਮੈਂ 10,000 ਰੁਪਇਆ ਰੱਖ ਕੇ ਉਹਦਾ ਤੇ ਮੈਨੂੰ ਪੁੱਛਣਗੇ ਭਾਜੀ ਪੈਸੇ, ਤੇ ਉਹ ਕਹਿਣਗੇ ਮੇਰੇ ਕੋਲ ਕੋਈ ਹਿਸਾਬ ਹੀ ਨਹੀਂ ਹੈਗਾ ਭਾਜੀ, ਲੱਖਾਂ ਰੁਪਈਏ ਇਹਨਾਂ ਦੀ ਵੀਰਾਂ ਨੇ ਸੇਵਾ 'ਚ ਭੇਜੇ, ਤੇ ਜੇ ਕੋਈ ਬੰਦਾ ਅੱਗੇ ਉਹ ਕਹਿ ਦੇਵੇ ਕਿ ਭਾਜੀ ਮੈਂ ਹਿਸਾਬ ਨਹੀਂ ਰੱਖਿਆ, ਤੇ ਇਹ ਬੜੀ ਸ਼ਰਮ ਵਾਲੀ ਗੱਲ ਹੈ, ਇਹ ਬੜੀ ਮਾੜੀ ਗੱਲ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹਦੇ ਨਾਲ ਜਿਹੜੀ NGOs ਕੰਮ ਸਹੀ ਵੀ ਕਰ ਰਹੀਆਂ ਵਾ ਉਹਨਾਂ ਉੱਤੇ ਵੀ ਇਫੈਕਟ ਨੈਚੁਰਲੀ ਗੱਲ ਹੈ ਪੈਂਦਾ ਵਾ, ਕਿ ਹਰ ਕੋਈ ਸੇਵਾ ਦੇਣ ਤੋਂ ਪਹਿਲਾਂ ਸੋਚਦਾ ਯਾਰ ਕਿਤੇ ਸੇਵਾ ਕਿਤੇ ਖਾ ਹੀ ਨਾ ਲੈਣ ਸਾਡੀ ਇਹ 2-4 ਜਣੇ ਰਲ ਕੇ, ਤੇ ਇਹ ਜਿਹੜਾ ਵਾ ਮਾੜਾ ਵਾ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਇਹਦੇ ਨਾਲ ਜਿਹੜੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਉੱਤੇ ਬੜਾ ਅਸਰ ਪਏਗਾ। ਗਾਂਹ ਲਈ ਸੇਵਾ ਵਾਲੇ ਕਰਨ ਵਾਲੇ ਪ੍ਰੇਮੀ ਔਰ NGOs ਔਰ ਦਾਨੀ ਸੱਜਣ ਸਾਰੇ ਹੀ ਇਸ ਚੀਜ਼ ਤੋਂ ਪਿੱਛੇ ਹੋ ਜਾਣਗੇ। ਸੇਵਾ ਕੌਣ ਲੋੜਵੰਦ? ਸਰਕਾਰਾਂ ਕੰਮ ਕਰ ਨਹੀਂ ਰਹੀਆਂ, NGOs ਕੰਮ ਕਰਨ ਨਾ, ਤੇ ਫਿਰ ਤੇ ਦੁਨੀਆ ਦਾ ਫਿਰ ਤੇ ਰੱਬ ਹੀ ਰੱਖਾ ਜੇ। ਤੇ ਇਸ ਕਰਕੇ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਉਹ ਵੀਰਾਂ ਨੂੰ ਵੀ, ਜਿਹੜੇ ਵੀ ਵੀਰ ਇਸ ਟਾਈਮ 'ਤੇ ਸੇਵਾ ਕਰ ਰਹੇ ਆ, ਚਾਹੇ NGO ਹੈ ਚਾਹੇ NGO ਨਹੀਂ ਹੈ, ਉਹ 1-1 ਰੁਪਏ ਦਾ ਹਿਸਾਬ ਰੱਖਣ, 1-1 ਰੁਪਏ ਦਾ ਹਿਸਾਬ ਦੇਣ। ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰਨ ਜਿਹਦੇ ਨਾਲ NGOs ਦੀ ਬਦਨਾਮੀ ਹੋਵੇ, ਕਿਉਂਕਿ ਇਹ ਬੜੀ ਉੱਤਮ ਸੇਵਾ ਹੈ ਕਿਸੇ ਦੀ ਲੋੜਵੰਦ ਦੀ ਮਦਦ ਕਰਨੀ। ਤੁਸੀਂ ਮੈਂ ਰਿਕੁਐਸਟ ਕਰਾਂਗਾ ਇਸ ਤਰ੍ਹਾਂ ਦਾ ਕੰਮ ਨਾ ਕਰੋ। ਜਿਹੜੀ ਵੀ ਸੇਵਾ ਹੈ ਪਾਰਦਰਸ਼ਤਾ ਨਾ ਕਰੋ, ਔਰ ਲੋੜਵੰਦਾਂ ਦਾ ਇੱਕੋ ਹੀ ਨਾਅਰਾ ਰੱਖੋ ਕਿ ਸਿਰਫ ਆਪਾਂ ਲੋੜਵੰਦਾਂ ਅਤੇ ਗਰੀਬਾਂ ਦੀ ਮਦਦ ਕਰਨੀ ਹੈ, ਉਸ ਤੋਂ ਇਲਾਵਾ ਕੋਈ ਕੰਮ ਨਹੀਂ। ਤਾਂ ਬਿਲਕੁਲ ਇਹ ਸਾਨੂੰ ਬਾਬਾ ਦੀਪ ਸਿੰਘ ਲੋਕ ਸੇਵਾ ਸੁਸਾਇਟੀ ਦੇ ਸਰਪ੍ਰਸਤ, ਜਿਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਮਕਾਨ ਇਹਨਾਂ ਦੇ ਵੱਲੋਂ ਬਣਾ ਕੇ ਦਿੱਤਾ ਗਿਆ। ਸਿਰਫ ਇੱਕ ਵਾਰ ਹੀ ਸੇਵਾ ਨਹੀਂ ਇਹਨਾਂ ਵੱਲੋਂ ਕੀਤੀ ਗਈ, ਲਗਾਤਾਰ ਹੋਰ ਵੀ ਕਈ ਮਕਾਨ ਜਿਹੜੇ ਨੇ ਇਹਨਾਂ ਵੱਲੋਂ ਬਣਾ ਕੇ ਦਿੱਤੇ ਗਏ ਨੇ। ਤੇ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ NGOs ਜਿਨ੍ਹਾਂ ਨੇ NGOs ਬਣਾਈਆਂ ਹੋਈਆਂ ਨੇ ਉਹ ਬਿਲਕੁਲ ਪਾਰਦਰਸ਼ਤਾ ਦੇ ਨਾਲ ਕੰਮ ਕਰੇ, ਤਾਂ ਜੋ ਲੋਕ ਜਿਹੜੇ ਨੇ ਇਹਨਾਂ ਦੇ ਉੱਪਰ ਵਿਸ਼ਵਾਸ ਕਰ ਸਕਣ। ਵੀਡੀਓ ਜਰਨਲਿਸਟ ਸੁਖਵਿੰਦਰ ਕੋਹਲੀ ਦੇ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ।